ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਪ੍ਰੈਗਨੈਂਟ ਸੀ। ਮੇਰੀ ਡਿਲੀਵਰੀ ਦੇ ਦਿਨ ਬਹੁਤ ਹੀ ਨੇੜੇ ਸੀ। ਇੱਕ ਦਿਨ ਅਚਾਨਕ ਮੇਰਾ ਪਤੀ ਘਰ ਆਇਆ ਅਤੇ ਉਸਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਮਾਰਨ ਦੀ ਵਜ੍ਹਾ ਪੁੱਛੀ ਤਾਂ ਉਸਨੇ ਮੇਰੇ ਤੇ ਇਲਜ਼ਾਮ ਲਗਾਇਆ ਕਿ ਇਹ ਬੱਚਾ ਮੇਰਾ ਨਹੀਂ ਬਲਕਿ ਕਿਸੇ ਹੋਰ ਦਾ। ਉਸਨੇ ਮੈਨੂੰ ਮਾਰ-ਮਾਰ ਕੇ ਘਰੋਂ ਕੱਢ ਦਿੱਤਾ। ਮੈਂ ਦਰਦ ਨਾਲ ਤੜਫ ਰਹੀ ਸੀ ਤਾਂ ਰਸਤੇ ਵਿੱਚ ਮੈਨੂੰ ਇੱਕ ਕਾਲੀ ਔਰਤ ਮਿਲੀ ਜੋ ਮੈਨੂੰ ਆਪਣੇ ਘਰ ਲੈ ਗਈ ਤੇ ਮੈਨੂੰ ਕਿਹਾ ਕਿ ਮੈਂ ਤੇਰੀ ਡਿਲੀਵਰੀ ਆਪਣੇ ਘਰ ਹੀ ਕਰਵਾਵਾਂਗੀ, ਪਰ ਉਸਨੇ ਮੇਰੇ ਲਈ ਇੱਕ ਸ਼ਰਤ ਰੱਖੀ ਕਿ ਇਹ ਤੈਨੂੰ ਪੂਰੀ ਕਰਨੀ ਹੋਵੇਗੀ। ਮੈਂ ਦਰਦ ਨਾਲ ਤੜਫ ਰਹੀ ਸੀ। ਮੈਂ ਉਸ ਦੀ ਸ਼ਰਤ ਮਨਜ਼ੂਰ ਕਰ ਲਈ ਤੇ ਉਹ ਔਰਤ ਮੈਨੂੰ ਆਪਣੇ ਘਰ ਲੈ ਗਈ। ਉੱਥੇ ਮੈਂ ਇੱਕ ਬੱਚੇ ਨੂੰ ਜਨਮ ਦਿੱਤਾ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਕਾਲੀ ਔਰਤ ਨੇ ਜਦੋਂ ਮੈਨੂੰ ਸ਼ਰਤ ਦੱਸੀ ਤਾਂ ਮੇਰੇ ਸਿਰ ਤੇ ਅਸਮਾਨ ਟੁੱਟ ਪਿਆ। ਮੈਂ ਇਹ ਹਰਗਿਜ਼ ਨਹੀਂ ਕਰ ਸਕਦੀ ਸੀ, ਪਰ ਉਸਨੇ ਮੈਨੂੰ ਜ਼ਬਰਦਸਤੀ ਅੱਜ ਸਵੇਰੇ ਹੀ। ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਸੀ। ਮੈਂ ਦਰਦ ਨਾਲ ਤੜਫ ਰਹੀ ਸੀ। ਮੇਰੇ ਅੰਦਰ ਇੰਨੀ ਵੀ ਤਾਕਤ ਨਹੀਂ ਸੀ ਕਿ ਮੈਂ ਉੱਠ ਕੇ ਪਾਣੀ ਪੀ ਸਕਾਂ। ਉਦੋਂ ਹੀ ਸੱਸ ਕਹਿਣ ਲੱਗੀ ਕਿ ਤੂੰ ਅਜਿਹਾ ਕਰ, ਅੱਜ ਪੂਰੇ ਘਰ ਦਾ ਫਰਸ਼ ਧੋ ਦੇ, ਦੇਖ ਕਿੰਨਾ ਗੰਦਾ ਹੋ ਰਿਹਾ। ਆਪਣੀ ਸੱਸ ਦੀ ਇਸ ਕਠੋਰ ਦਿਲੀ ਤੇ ਮੇਰਾ ਦਿਲ ਭਰ ਆਇਆ। ਜਦੋਂ ਦਾ ਮੇਰੀ ਸੱਸ ਨੇ ਇਹ ਅਨੁਮਾਨ ਲਗਾਇਆ ਸੀ ਕਿ ਮੈਂ ਬੇਟੀ ਨੂੰ ਜਨਮ ਦੇਣ ਵਾਲੀ ਹਾਂ, ਉਹ ਮੈਨੂੰ ਹਰ ਤਰੀਕੇ ਦੀ ਤਕਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰਦੀ। ਮੈਂ ਕਿਹਾ, ਮੰਮੀ ਜੀ, ਮੇਰੀ ਤਬੀਅਤ ਠੀਕ ਨਹੀਂ। ਥੋੜੇ ਟਾਈਮ ਬਾਅਦ ਜੇ ਮੇਰਾ ਸਰੀਰ ਠੀਕ ਹੋ ਗਿਆ ਤਾਂ ਮੈਂ ਸਾਰਾ ਸਾਫ਼ ਕਰ ਦੇਵਾਂਗੀ। ਮੇਰੀ ਗੱਲ ਸੁਣਦੇ ਹੀ ਮੇਰੀ ਸੱਸ ਇੱਕਦਮ ਗੁੱਸੇ ਵਿੱਚ ਆ ਗਈ ਤੇ ਥੋੜੀ ਦੇਰ ਬਾਅਦ ਦਰਵਾਜ਼ਾ ਖੁੱਲ੍ਹਿਆ ਅਤੇ ਇਹ ਦੇਖ ਕੇ ਮੇਰਾ ਉੱਪਰ ਦਾ ਸਾਹ ਉੱਪਰ ਅਤੇ ਨੀਚੇ ਦਾ ਨੀਚੇ ਰਹਿ ਗਿਆ, ਕਿਉਂਕਿ ਦਰਵਾਜ਼ੇ ਤੇ ਕੋਈ ਹੋਰ ਨਹੀਂ ਬਲਕਿ ਮੇਰੇ ਪਤੀ ਵਿਵੇਕ ਸੀ। ਸ਼ਾਇਦ ਮੇਰੀ ਸੱਸ ਨੇ ਉਸ ਨੂੰ ਫੋਨ ਕਰਕੇ ਬੁਲਾ ਲਿਆ ਸੀ। ਮੈਂ ਬਹੁਤ ਘਬਰਾ ਗਈ ਕਿਉਂਕਿ ਮੇਰੀ ਸੱਸ ਆਪਣੇ ਬੇਟੇ ਨੂੰ ਦੇਖ ਕੇ ਰੋਣ ਲੱਗ ਪਈ ਤੇ ਕਹਿਣ ਲੱਗੀ, ਵਿਵੇਕ, ਮੈਂ ਜਾ ਰਹੀ ਹਾਂ ਇਹ ਘਰ ਛੱਡ ਕੇ। ਜੇ ਤੇਰੀ ਪਤਨੀ ਨੇ ਬੱਚਾ ਜੰਮਣਾ ਹੈ ਤਾਂ ਇਹ ਮੇਰੀ ਮਾਲਕਣ ਬਣ ਗਈ। ਛੋਟੀ ਛੋਟੀ ਗੱਲ ਤੇ ਮੈਨੂੰ ਖਾਣ ਨੂੰ ਪੈਂਦੀ ਆ। ਅੱਜ ਮੈਨੂੰ ਟਾਈਮ ਤੋਂ ਪਹਿਲਾਂ ਭੁੱਖ ਕੀ ਲੱਗ ਗਈ। ਮੈਂ ਤਾਂ ਕਿਚਨ ਵਿੱਚ ਖਾਣਾ ਲੈਣ ਗਈ ਸੀ ਤਾਂ ਇਸ ਨੇ ਮੈਨੂੰ ਖਾਣਾ ਨਹੀਂ ਲੈਣ ਦਿੱਤਾ ਤੇ ਕਹਿਣ ਲੱਗੀ, ਤੈਨੂੰ ਤਾਂ ਹਰ ਵਕਤ ਭੁੱਖ ਲੱਗੀ ਰਹਿੰਦੀ ਆ। ਇੰਨਾ ਹੀ ਨਹੀਂ, ਉਸਨੇ ਧੱਕਾ ਮਾਰ ਕੇ ਮੈਨੂੰ ਕਿਚਨ ਵਿੱਚੋਂ ਵੀ ਕੱਢ ਦਿੱਤਾ। ਮੈਂ ਬਾਹਰ ਮੂਧੇ ਮੂੰਹ ਆ ਕੇ ਡਿੱਗੀ। ਦੇਖ, ਮੇਰੇ ਗੋਡਿਆਂ ਉੱਪਰ ਮਾਸ ਵੀ ਲੈ ਗਿਆ। ਤੇਰੀ ਪਤਨੀ ਤਾਂ ਬਹੁਤ ਚਲਾਕ ਆ। ਪਤਾ ਨਹੀਂ ਉਸਦੇ ਪੇਟ ਵਿੱਚ ਤੇਰਾ ਬੱਚਾ ਜਾਂ ਕਿਸੇ ਹੋਰ ਦਾ। ਮੇਰੀ ਸੱਸ ਮੇਰੇ ਤੇ ਝੂਠੇ ਇਲਜ਼ਾਮ ਲਗਾਉਂਦੀ ਜਾ ਰਹੀ ਸੀ। ਮੈਂ ਮਦਦ ਦੇ ਇਰਾਦੇ ਨਾਲ ਆਪਣੇ ਪਤੀ ਦੇ ਵੱਲ ਦੇਖਿਆ, ਪਰ ਉਸਦੇ ਚਿਹਰੇ ਤੇ ਵੀ ਹਰ ਵਕਤ ਗੁੱਸਾ ਹੀ ਰਹਿੰਦਾ ਸੀ। ਹਮੇਸ਼ਾ ਅਜਿਹਾ ਲੱਗਦਾ ਸੀ ਜਿਵੇਂ ਇਹ ਮੈਨੂੰ ਹੁਣੇ ਹੀ ਮਾਰ ਦੇਣਗੇ। ਮੈਂ ਡਰ ਗਈ ਤੇ ਕਿਹਾ, ਮੰਮੀ ਜੀ, ਤੁਸੀਂ ਝੂਠ ਨਾ ਬੋਲੋ। ਮੇਰੀ ਇੰਨੀ ਗੱਲ ਸੁਣਦੇ ਹੀ ਵਿਵੇਕ ਮੇਰੇ ਵੱਲ ਆਇਆ ਅਤੇ ਉਸਨੇ ਮੇਰੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ। ਇਹ ਕਹਿਣ ਲੱਗਿਆ ਕਿ ਮੈਂ ਤੇਰੀ ਕੋਈ ਬਕਵਾਸ ਨਹੀਂ ਸੁਣਾਗਾ। ਕੀ ਕਿਹਾ ਤੂੰ? ਮੇਰੀ ਮਾਂ ਝੂਠ ਬੋਲਦੀ ਆ? ਕਹਿ ਕੇ ਉਸਨੇ ਮੈਨੂੰ ਇੱਕ ਲੱਤ ਮਾਰੀ ਤੇ ਕਿਹਾ, ਤੇਰੇ ਪੇਟ ਵਿੱਚ ਪਤਾ ਨਹੀਂ ਕਿਸ ਦੀ ਨਜਾਇਜ਼ ਔਲਾਦ ਆ। ਮੈਂ ਉਸ ਨੂੰ ਆਪਣਾ ਨਾਮ ਨਹੀਂ ਦੇਵਾਂਗਾ। ਇੰਨਾ ਕਹਿ ਕੇ ਉਸਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਮੈਂ ਰੌਲਾ ਪਾਉਂਦੀ ਵੀ ਤਾਂ ਕਿਸ ਕੋਲ ਪਾਉਂਦੀ। ਮੇਰੇ ਅੱਗੇ ਪਿੱਛੇ ਕੋਈ ਨਹੀਂ ਸੀ। ਮੈਂ ਗੇਟ ਨੂੰ ਖੜਕਾ ਖੜਕਾ ਕੇ ਥੱਕ ਗਈ। ਮੈਂ ਕਿਹਾ, ਇਹ ਤੇਰਾ ਹੀ ਬੱਚਾ ਹੈ, ਕਿਸੇ ਹੋਰ ਦਾ ਨਹੀਂ। ਪਰ ਉਸ ਸਮੇਂ ਮੇਰੇ ਪਤੀ ਅਤੇ ਮੇਰੇ ਸੱਸ ਦੋਨੋਂ ਪੱਥਰ ਦਿਲ ਬਣ ਚੁੱਕੇ ਸੀ। ਮੈਂ ਸੜਕ ਤੇ ਤੁਰਨ ਲੱਗੀ ਤਾਂ ਅਚਾਨਕ ਮੇਰੇ ਪੇਟ ਵਿੱਚ ਦਰਦ ਹੋਣ ਲੱਗਿਆ। ਮੈਂ ਉੱਥੇ ਹੀ ਸੜਕ ਤੇ ਬੈਠ ਗਈ। ਮੈਂ ਦਰਦ ਨਾਲ ਤੜਫ ਰਹੀ ਸੀ। ਮੁਹੱਲੇ ਦੇ ਸਾਰੇ ਲੋਕ ਮੇਰੇ ਆਸੇ-ਪਾਸੇ ਜਮ੍ਹਾਂ ਹੋ ਚੁੱਕੇ ਸੀ। ਮੇਰਾ ਤਮਾਸ਼ਾ ਬਣ ਚੁੱਕਿਆ ਸੀ, ਪਰ ਕੋਈ ਵੀ ਮੇਰੀ ਮਦਦ ਲਈ ਅੱਗੇ ਨਹੀਂ ਆਇਆ। ਮੈਂ ਭੁੱਖੀ ਪਿਆਸੀ ਦਰਦ ਨਾਲ ਤੜਫ ਰਹੀ ਸੀ। ਮੈਨੂੰ ਹੌਲੀ-ਹੌਲੀ ਅੱਖਾਂ ਮੀਚਦੀਆਂ ਗਈਆਂ। ਉਦੋਂ ਹੀ ਇੱਕ ਔਰਤ ਮੇਰੇ ਕੋਲ ਆਈ ਤੇ ਉਹ ਗੁੱਸੇ ਨਾਲ ਬੋਲ ਰਹੀ ਸੀ, ਪਰ ਮੈਨੂੰ ਕੁਝ ਸਮਝ ਨਹੀਂ ਆਇਆ। ਮੈਂ ਬੇਹੋਸ਼ ਹੋ ਗਈ ਸੀ। ਤਾਂ ਫਿਰ ਨਾ ਜਾਣੇ ਕਿੰਨੇ ਕੁ ਟਾਈਮ ਬਾਅਦ ਮੈਨੂੰ ਸੂਈ ਦੀ ਚੁਭਣ ਮਹਿਸੂਸ ਹੋਈ। ਮੈਂ ਹੌਲੀ-ਹੌਲੀ ਅੱਖਾਂ ਖੋਲ੍ਹੀਆਂ। ਮੇਰੇ ਕੋਲ ਇੱਕ ਨਰਸ ਆਈ ਤੇ ਉਸਦੇ ਨਾਲ ਉਹੀ ਔਰਤ ਸੀ। ਨਰਸ ਕਹਿਣ ਲੱਗੀ, ਪ੍ਰਮਾਤਮਾ ਨੇ ਬੱਚੇ ਅਤੇ ਮਾਂ ਦੋਨਾਂ ਦੀ ਜਾਨ ਬਚਾ ਲਈ। ਉਸ ਔਰਤ ਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਤੇ ਉਸ ਨਰਸ ਨੂੰ ਕੁਝ ਪੈਸੇ ਦੇ ਕੇ ਤੋਰ ਦਿੱਤਾ।
ਉਹ ਔਰਤ ਮੈਨੂੰ ਪੁੱਛਣ ਲੱਗੀ, ਕੀ ਹੋਇਆ ਤੇਰੇ ਨਾਲ? ਇੰਨਾ ਕਹਿੰਦੇ ਹੀ ਮੈਂ ਸਾਰਾ ਦਰਦ ਅਤੇ ਸਾਰੇ ਜਿੱਲਤ ਫਿਰ ਤੋਂ ਯਾਦ ਆਉਣ ਲੱਗੀ। ਮੇਰੇ ਅੱਖਾਂ ਵਿੱਚ ਹੰਝੂ ਆ ਗਏ। ਉਸਨੇ ਕਿਹਾ, ਨਾ ਬੇਟੀ, ਰੋਣਾ ਨਹੀਂ, ਮੈਨੂੰ ਦੱਸ ਕੀ ਹੋਇਆ। ਮੈਂ ਕਿਹਾ, ਮੇਰੀ ਸੱਸ ਨੇ ਮੇਰੇ ਪਤੀ ਨੂੰ ਮੇਰੇ ਖਿਲਾਫ ਭੜਕਾ ਦਿੱਤਾ। ਉਸਨੇ ਮੈਨੂੰ ਮਾਰ ਕੇ ਘਰੋਂ ਕੱਢ ਦਿੱਤਾ। ਉਸ ਔਰਤ ਨੇ ਕਿਹਾ ਕਿ ਹੁਣ ਤੂੰ ਉੱਥੇ ਵਾਪਸ ਜਾਣਾ ਚਾਹੁੰਦੀ ਆ ਜਾਂ ਨਹੀਂ। ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਤਾਂ ਉਹ ਔਰਤ ਕਹਿਣ ਲੱਗੀ, ਕੋਈ ਗੱਲ ਨਹੀਂ, ਤੂੰ ਮੇਰੇ ਘਰੇ ਰਹਿ, ਮੇਰੇ ਘਰ ਦੇ ਦਰਵਾਜ਼ੇ ਤੇਰੇ ਲਈ ਖੁੱਲ੍ਹੇ ਹਨ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ? ਮੈਂ ਤੈਨੂੰ ਕਦੇ ਨਹੀਂ ਦੇਖਿਆ, ਕੀ ਤੁਸੀਂ ਮੈਨੂੰ ਜਾਣਦੇ ਹੋ? ਤਾਂ ਉਹ ਔਰਤ ਮੁਸਕਰਾ ਕੇ ਕਹਿਣ ਲੱਗੀ, ਮੈਂ ਵੀ ਤੈਨੂੰ ਨਹੀਂ ਜਾਣਦੀ, ਬਸ ਇੰਨਾ ਜਾਣਦੀ ਹਾਂ ਕਿ ਤੂੰ ਕਵਿਤਾ ਦੀ ਨੂੰਹ ਆ। ਦਰਅਸਲ ਮੈਂ ਇੱਕ ਹੈਲਥ ਵਰਕਰ ਹਾਂ ਤੇ ਤੁਹਾਡੇ ਮਹੱਲੇ ਵਿੱਚ ਪੋਲੀਓ ਦੀਆਂ ਬੂੰਦਾਂ ਪਿਉਣ ਆਇਆ ਕਰਦੀ ਸੀ। ਅੱਜ ਜਦੋਂ ਆਈ ਤਾਂ ਮੇਰਾ ਦਿਲ ਘਬਰਾ ਉੱਠਿਆ। ਤੈਨੂੰ ਉਸ ਹਾਲਤ ਵਿੱਚ ਸੜਕ ਤੇ ਦਰਦ ਨਾਲ ਤੜਫਦੀ ਹੋਈ ਦੇਖਿਆ ਤਾਂ ਤੈਨੂੰ ਇਹ ਸੋਚ ਕੇ ਮੈਂ ਇੱਥੇ ਲੈ ਆਈ ਕਿ ਤੂੰ ਮੇਰੇ ਬਹੁਤ ਕੰਮ ਆਵੇਂਗੀ। ਮੈਂ ਜਲਦੀ ਨਾਲ ਉੱਠ ਕੇ ਬੈਠ ਗਈ ਤੇ ਕਿਹਾ, ਮੈਂ ਤੁਹਾਡੇ ਘਰ ਦੇ ਸਾਰੇ ਕੰਮ ਕਰ ਦਿਆ ਕਰਾਂਗੀ। ਤੁਹਾਨੂੰ ਤੁਹਾਡੇ ਘਰ ਦੇ ਕੰਮਾਂ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇਗੀ। ਬਸ ਤੁਸੀਂ ਮੈਨੂੰ ਆਪਣੇ ਘਰ ਵਿੱਚ ਥੋੜੀ ਜਿਹੀ ਜਗ੍ਹਾ ਦੇ ਦਿਓ। ਮੇਰੀ ਗੱਲ ਸੁਣ ਕੇ ਉਹ ਔਰਤ ਹੱਸਣ ਲੱਗੀ ਤੇ ਬੋਲੀ, ਕੀ ਨਾਮ ਹੈ ਤੇਰਾ? ਮੈਂ ਉਸ ਨੂੰ ਆਪਣਾ ਨਾਮ ਦੱਸਿਆ ਤਾਂ ਉਹ ਮੈਨੂੰ ਕਹਿਣ ਲੱਗੀ, ਦੇਖ ਨੇਹਾ, ਮੇਰੀ ਗੱਲ ਸੁਣ, ਮੈਂ ਤੇਰੇ ਤੋਂ ਘਰ ਦੇ ਕੰਮ ਨਹੀਂ ਕਰਵਾਉਣੇ। ਮੈਂ ਘਰ ਵਿੱਚ ਬਿਲਕੁਲ ਇਕੱਲੀ ਰਹਿੰਦੀ ਹਾਂ ਤੇ ਘਰ ਵਿੱਚ ਕੰਮ ਕਿੰਨੇ ਕੁ ਹੋਣਗੇ। ਬਸ ਮੇਰੀ ਇੱਕ ਸ਼ਰਤ ਆ ਕਿ ਜੇ ਤੂੰ ਉਹ ਸ਼ਰਤ ਪੂਰੀ ਕਰ ਦੇਵੇਂ ਤਾਂ ਮੈਂ ਤੈਨੂੰ ਆਪਣੇ ਘਰੇ ਰੱਖ ਸਕਦੀ ਹਾਂ। ਮੈਨੂੰ ਉਸ ਔਰਤ ਦੀ ਗੱਲ ਸੁਣ ਕੇ ਥੋੜੀ ਹੈਰਾਨੀ ਹੋਈ। ਮੈਂ ਕਿਹਾ, ਕਿਹੋ ਜਿਹੀ ਸ਼ਰਤ? ਉਹ ਕਹਿਣ ਲੱਗੀ, ਤੂੰ ਆਪਣੇ ਬੱਚੇ ਤੋਂ ਇੱਕ ਵਾਰੀ ਫ੍ਰੀ ਹੋ ਜਾ, ਫਿਰ ਦੱਸਾਂਗੀ। ਅਤੇ ਹਾਂ, ਤੈਨੂੰ ਉਹ ਸ਼ਰਤ ਹਰ ਹਾਲ ਵਿੱਚ ਮੰਨਣੀ ਪਵੇਗੀ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਉਹ ਔਰਤ ਬੋਲੀ, ਹੁਣ ਤੂੰ ਆਰਾਮ ਕਰ, ਮੈਂ ਘਰ ਦੇ ਕੰਮ ਕਰ ਲਵਾਂ। ਮੈਂ ਅੱਖਾਂ ਬੰਦ ਕਰਕੇ ਪੈ ਗਈ ਤੇ ਸੋਚ ਰਹੀ ਸੀ ਕਿ ਇਹ ਔਰਤ ਮੇਰੇ ਤੋਂ ਕਿਹੜੀ ਸ਼ਰਤ ਪੂਰੀ ਕਰਵਾਏਗੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੇਰੇ ਦਿਮਾਗ ਵਿੱਚ ਬਸ ਇਹੀ ਖਿਆਲ ਆਇਆ ਕਿ ਇਹ ਔਰਤ ਮੇਰੇ ਤੋਂ ਮੇਰਾ ਬੱਚਾ ਮੰਗੇਗੀ। ਇਹ ਖਿਆਲ ਆਉਂਦੇ ਹੀ ਮੇਰੇ ਦਿਲ ਦੀ ਧੜਕਣ ਵਧਣ ਲੱਗੀ। ਇਹ ਦੁਨੀਆ ਦਾ ਸਭ ਤੋਂ ਮੁਸ਼ਕਲ ਕੰਮ ਹੁੰਦਾ ਕਿ ਇੱਕ ਮਾਂ ਆਪਣੇ ਜਿਗਰ ਦੇ ਟੁਕੜੇ ਨੂੰ ਕਿਸੇ ਹੋਰ ਨੂੰ ਸੌਂਪ ਦੇਵੇ। ਇੱਕ ਮਾਂ ਅਜਿਹਾ ਕਦੇ ਨਹੀਂ ਕਰ ਸਕਦੀ। ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਸੀ। ਮੈਂ ਸੋਚਣ ਬੈਠੀ ਤਾਂ ਸੋਚਾਂ ਦੇ ਦਰਵਾਜ਼ੇ ਖੁੱਲ੍ਹਦੇ ਜਾ ਰਹੇ ਸੀ। ਇੱਕ ਸਵਾਲ ਜੋ ਮੇਰੇ ਦਿਮਾਗ ਵਿੱਚ ਬਾਰ-ਬਾਰ ਆ ਰਿਹਾ ਸੀ ਕਿ ਨੇਹਾ, ਤੂੰ ਉਸ ਬੱਚੇ ਨੂੰ ਇੱਕ ਸਿਰ ਤੇ ਛੱਤ ਕਿਵੇਂ ਦੇਵੇਂਗੀ? ਉਸ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰੇਗੀ? ਕਿਉਂਕਿ ਉਸ ਦੇ ਬਾਪ ਨੇ ਤਾਂ ਉਸ ਨੂੰ ਆਪਣਾ ਬੱਚਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਹਨਾਂ ਸਭ ਗੱਲਾਂ ਨੇ ਮੇਰੇ ਦਿਲ ਤੇ ਕੁਝ ਜ਼ਿਆਦਾ ਹੀ ਬੋਝ ਪਾ ਦਿੱਤਾ। ਮੈਂ ਸੋਚਣ ਤੇ ਮਜਬੂਰ ਹੋ ਗਈ ਸੀ ਕਿ ਜੇ ਇਹ ਔਰਤ ਮੇਰੀ ਡਿਲੀਵਰੀ ਦੇ ਬਦਲੇ ਮੇਰਾ ਬੱਚਾ ਲੈ ਲਵੇ ਤਾਂ ਮੇਰੇ ਲਈ ਵੀ ਚੰਗਾ ਤੇ ਮੇਰੇ ਬੱਚੇ ਲਈ ਵੀ, ਕਿਉਂਕਿ ਮੈਂ ਬੱਚੇ ਦੀ ਦੇਖਭਾਲ ਨਹੀਂ ਕਰ ਸਕਦੀ ਸੀ। ਵਿਵੇਕ ਨੇ ਧੱਕੇ ਦੀ ਵਜ੍ਹਾ ਨਾਲ ਮੈਂ ਬੁਰੀ ਤਰ੍ਹਾਂ ਹੇਠਾਂ ਡਿੱਗੀ, ਇਸ ਲਈ ਮੇਰੀ ਰੀੜ੍ਹ ਦੀ ਹੱਡੀ 'ਚ ਬਹੁਤ ਦਰਦ ਹੋ ਰਿਹਾ ਸੀ। ਮੈਂ ਹੁਣ ਤੱਕ ਬੈੱਡ ਰੈਸਟ ਤੇ ਹੀ ਸੀ। ਉਹ ਔਰਤ ਬਹੁਤ ਚੰਗੀ ਸੀ। ਮੈਨੂੰ ਕਮਰੇ ਵਿੱਚ ਹੀ ਖਾਣਾ ਵਗੈਰਾ ਦੇ ਜਾਂਦੀ ਸੀ। ਮੈਨੂੰ ਇੱਥੇ ਆਏ 2 ਦਿਨ ਹੋ ਚੁੱਕੇ ਸੀ। ਅੱਜ ਮੇਰੀ ਤਬੀਅਤ ਕੁਝ ਜ਼ਿਆਦਾ ਹੀ ਖਰਾਬ ਸੀ। ਮੈਂ ਬਾਰ-ਬਾਰ ਬਿਸਤਰੇ ਤੋਂ ਉੱਠ ਰਹੀ ਸੀ। ਮੈਂ ਆਪਣੀ ਹਾਲਤ ਦੇ ਬਾਰੇ ਉਸ ਆਂਟੀ ਨੂੰ ਦੱਸਿਆ ਤਾਂ ਆਂਟੀ ਨੇ ਕਿਹਾ, ਲੱਗਦਾ ਅੱਜ ਤੇਰੀ ਡਿਲੀਵਰੀ ਦਾ ਸਮਾਂ ਆ ਗਿਆ। ਉਸ ਆਂਟੀ ਨੇ ਸਵੇਰੇ ਹੀ ਕਿਸੇ ਦਾਈ ਦਾ ਇੰਤਜ਼ਾਮ ਕਰ ਲਿਆ ਸੀ। ਦੁਪਹਿਰ ਤੱਕ ਮੇਰੀ ਤਬੀਅਤ ਸੱਚਮੁੱਚ ਬਹੁਤ ਜ਼ਿਆਦਾ ਹੀ ਖਰਾਬ ਹੋ ਗਈ ਸੀ। ਸ਼ਾਮ ਦੇ ਆਖਰੀ ਪਹਿਰ ਜਦੋਂ ਰਾਤ ਦਾ ਹਨੇਰਾ ਫੈਲਣ ਲੱਗਿਆ ਤਾਂ ਮੈਂ ਇੱਕ ਬੇਟੀ ਨੂੰ ਜਨਮ ਦਿੱਤਾ। ਉਸ ਦਾ ਨਾਮ ਕਿਰਨ ਰੱਖਿਆ। ਬਹੁਤ ਹੀ ਖੂਬਸੂਰਤ ਸੀ, ਬਿਲਕੁਲ ਆਪਣੇ ਬਾਪ ਦੀ ਤਰ੍ਹਾਂ। ਮੈਂ ਉਸ ਦੇ ਚਿਹਰੇ ਵੱਲ ਦੇਖ-ਦੇਖ ਕੇ ਰੋ ਰਹੀ ਸੀ ਕਿ ਵਿਵੇਕ ਨੇ ਮੇਰੇ ਨਾਲ ਇੰਨਾ ਗਲਤ ਕਿਉਂ ਕੀਤਾ। ਮੇਰੇ ਨਾਲ ਤਾਂ ਪਹਿਲਾਂ ਰੱਬ ਨੇ ਹੀ ਧੱਕਾ ਕਰ ਰੱਖਿਆ। ਵਿਵੇਕ ਜੇ ਆਪਣੀ ਮਾਂ ਦੀਆਂ ਗੱਲਾਂ ਵਿੱਚ ਨਾ ਆਉਂਦਾ ਤਾਂ ਅੱਜ ਸਾਡੇ ਬਹੁਤ ਹੀ ਪਿਆਰੀ ਜਿਹੀ ਫੈਮਿਲੀ ਹੁੰਦੀ। ਮੈਂ ਉਸ ਔਰਤ ਵੱਲ ਬੜੀ ਹੀ ਸਹਿਮੀ ਹੋਈ ਨਿਗਾਹ ਨਾਲ ਦੇਖ ਰਹੀ ਸੀ। ਹੁਣ ਉਹ ਆਂਟੀ ਇਹ ਨਾ ਕਹਿ ਦੇਵੇ ਕਿ ਇੱਥੋਂ ਤੂੰ ਚਲੀ ਜਾ ਜਾਂ ਸਵੇਰ ਹੋਣ ਨੂੰ ਆਈ। ਪਰ ਗੀਤਾ ਆਂਟੀ ਨੇ ਮੈਨੂੰ ਅਜਿਹਾ ਕੋਈ ਨਾ ਗੱਲ ਕਹੀ। ਉਹ ਮੇਰੇ ਸਾਹਮਣੇ ਕਿਹੜੀ ਸ਼ਰਤ ਰੱਖੇਗੀ? ਅਤੇ ਇਸ ਤਰ੍ਹਾਂ ਕਰਦੇ ਹੀ 3 ਦਿਨ ਲੰਘ ਚੁੱਕੇ ਸੀ। ਮੈਂ ਆਪਣੀ ਬੇਟੀ ਨੂੰ ਬਾਰ-ਬਾਰ ਇਹੀ ਸੋਚ ਕੇ ਚੁੰਮਦੀ ਕਿ ਸ਼ਾਇਦ ਮੇਰੀ ਬੱਚੀ ਨਾ ਖੋ ਲਈ ਜਾਵੇ। ਜਦੋਂ ਤੀਜੀ ਰਾਤ ਆਈ,
ਮੇਰੇ ਕਮਰੇ ਵਿੱਚ ਆਈ ਤਾਂ ਕਹਿਣ ਲੱਗੀ, ਤੂੰ ਕਿਵੇਂ ਆ, ਠੀਕ ਤਾਂ ਹੈ? ਮੈਂ ਕਿਹਾ, ਹਾਂਜੀ ਮੈਂ ਠੀਕ ਆ। ਉਹ ਕਹਿਣ ਲੱਗੀ, ਚੱਲਣ ਫਿਰਨ ਦੀ ਕਾਬਲ ਤਾਂ ਹੋਰ ਚੁੱਕੀ ਆ ਨਾ? ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਉਹ ਕਹਿਣ ਲੱਗੀ, ਜਦੋਂ ਤੂੰ ਮੇਰੇ ਘਰ ਆਈ ਸੀ ਤਾਂ ਮੈਂ ਤੈਨੂੰ ਇੱਕ ਸ਼ਰਤ ਦੇ ਬਾਰੇ ਦੱਸਿਆ ਸੀ। ਮੈਂ ਹਾਂ ਵਿੱਚ ਸਿਰ ਹਿਲਾਇਆ। ਮੈਂ ਕਿਹਾ, ਹਾਂਜੀ ਮੈਨੂੰ ਸਭ ਕੁਝ ਯਾਦ ਆ। ਉਹ ਕਹਿਣ ਲੱਗੀ, ਹੁਣ ਤੇਰੀ ਸ਼ਰਤ ਪੂਰੀ ਕਰਨ ਦੀ ਵਾਰੀ ਆ ਗਈ। ਮੈਂ ਆਪਣੀ ਬੇਟੀ ਨੂੰ ਕੱਸ ਕੇ ਸੀਨੇ ਨਾਲ ਲਾਇਆ ਤੇ ਫਿਰ ਆਪਣੀ ਬੇਟੀ ਨੂੰ ਆਂਟੀ ਦੇ ਵੱਲ ਕੀਤਾ ਤੇ ਕਿਹਾ, ਆ ਲਓ, ਇਹ ਹੁਣ ਤੁਹਾਡੀ ਹੋਈ। ਮੈਂ ਤੁਹਾਡੀ ਹਰ ਸ਼ਰਤ ਮੰਨਣ ਨੂੰ ਤਿਆਰ ਹਾਂ। ਆਂਟੀ ਕਹਿਣ ਲੱਗੀ, ਇੱਧਰ ਆਓ ਮੇਰੇ ਕੋਲ, ਮੇਰੀ ਸ਼ਰਤ ਗੌਰ ਨਾਲ ਸੁਣ। ਮੈਨੂੰ ਤੇਰੀ ਬੱਚੀ ਨਹੀਂ ਚਾਹੀਦੀ। ਆਂਟੀ ਕਹਿਣ ਲੱਗੀ, ਤੂੰ ਹਰ ਰਾਤ ਮੇਰੇ ਲਈ ਇੱਕ ਕੰਮ ਕਰੇਂਗੀ। ਆਂਟੀ ਮੈਨੂੰ ਸ਼ਰਤ ਦੱਸ ਕੇ ਚੁੱਪ ਹੋ ਚੁੱਕੀ ਸੀ, ਜਦ ਕਿ ਮੈਂ ਹੱਕਾ ਬੱਕਾ ਬੈਠੀ ਸੀ। ਮੈਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਕਿਹਾ, ਆਂਟੀ ਮੈਂ ਤੁਹਾਡੀ ਇਹ ਸ਼ਰਤ ਕਿਵੇਂ ਪੂਰੀ ਕਰ ਸਕਦੀ ਹਾਂ? ਆਂਟੀ ਮੇਰੇ ਵੱਲ ਦੇਖ ਕੇ ਮੁਸਕਰਾਉਣ ਲੱਗੀ ਤੇ ਬੋਲੀ, ਸ਼ਰਤ ਤਾਂ ਸ਼ਰਤ ਹੁੰਦੀ ਆ ਜੋ ਹਰ ਹਾਲ ਵਿੱਚ ਪੂਰੀ ਕਰਨੀ ਪੈਂਦੀ ਆ। ਚੱਲ ਉੱਠ, ਮੈਂ ਤੈਨੂੰ ਜੋ ਕਿਹਾ ਉਵੇਂ ਹੀ ਕਰ। ਉਸ ਵਕਤ ਮੈਨੂੰ ਪੂਰੀ ਦੁਨੀਆ ਤੋਂ ਨਫ਼ਰਤ ਹੋ ਗਈ ਸੀ। ਮੈਂ ਲੋਕਾਂ ਦੀ ਹਕੀਕਤ ਜਾਣ ਗਈ ਸੀ ਕਿ ਇੱਥੇ ਹਰ ਇਨਸਾਨ ਮਤਲਬ ਦਾ ਪੁਜਾਰੀ ਹੁੰਦਾ। ਜੋ ਲੋਕ ਕਹਿੰਦੇ ਆ ਕਿ ਦੁਨੀਆ ਵਿੱਚ ਹੁਣ ਵੀ ਚੰਗੇ ਲੋਕ ਬਾਕੀ ਆ, ਉਹ ਸਭ ਝੂਠ ਕਹਿੰਦੇ ਆ। ਇੱਥੇ ਤਾਂ ਬਸ ਪ੍ਰਮਾਤਮਾ ਦਾ ਨਾਮ ਚੰਗਾ, ਬਾਕੀ ਜਿਸ ਦਾ ਜਿੰਨਾ ਬਸ ਚੱਲਦਾ ਉਹ ਇਨਸਾਨ ਨੂੰ ਆਪਣੇ ਫਾਇਦੇ ਦੇ ਲਈ ਇਸਤੇਮਾਲ ਕਰ ਜਾਂਦਾ। ਜਿਵੇਂ ਇਹ ਔਰਤ ਆਪਣੇ ਫਾਇਦੇ ਦੇ ਲਈ ਮੈਨੂੰ ਇਸਤੇਮਾਲ ਕਰਨਾ ਚਾਹੁੰਦੀ ਸੀ। ਮੈਂ ਉਸ ਔਰਤ ਨੂੰ ਕਿਹਾ ਕਿ ਆਂਟੀ ਮੈਂ ਇਹ ਸਭ ਨਹੀਂ ਕਰ ਸਕਦੀ। ਮੇਰੀ ਗੱਲ ਸੁਣ ਕੇ ਆਂਟੀ ਨੇ ਕਿਹਾ ਕਿ ਮੈਂ ਇਸ ਘਰ ਵਿੱਚ ਇਕੱਲੀ ਰਹਿੰਦੀ ਹਾਂ, ਮੈਂ ਵੀ ਮਜਬੂਰ ਹਾਂ, ਤੇਰੇ ਸਿਵਾ ਮੇਰਾ ਇਹ ਕੰਮ ਕੌਣ ਕਰ ਸਕਦਾ? ਫਿਰ ਉਸਨੇ ਮੇਰੀ ਬੇਟੀ ਨੂੰ ਬੈੱਡ ਤੇ ਲਿਟਾ ਦਿੱਤਾ ਤੇ ਮੇਰਾ ਹੱਥ ਫੜ ਕੇ ਮੈਨੂੰ ਦੂਜੇ ਕਮਰੇ ਵਿੱਚ ਲੈ ਗਈ। ਉਸ ਕਮਰੇ ਵਿੱਚ ਇੱਕ ਆਦਮੀ ਬੈਠਾ ਸੀ ਜਿਸ ਦੇ ਚਿਹਰੇ ਤੇ ਹਬਸ ਟਪਕ ਰਹੀ ਸੀ। ਮੈਂ ਥਰ-ਥਰ ਕੰਬ ਰਹੀ ਸੀ। ਉਹ ਮੇਰੇ ਆਸੇ-ਪਾਸੇ ਘੁੰਮਣ ਲੱਗਿਆ। ਆਂਟੀ ਨੇ ਕਿਹਾ ਕਿ ਇਹ ਆਦਮੀ ਕਾਲੇ ਜਾਦੂ ਦੀ ਵਿਧੀ ਸਿੱਖੀ ਹੈ ਅਤੇ ਇਹ ਉਸ ਜਾਦੂ ਨੂੰ ਤੇਰੇ ਉੱਤੇ ਅਜਮਾਉਣਾ ਚਾਹੁੰਦਾ ਹੈ ਕਿ ਇਹ ਕਾਲੇ ਜਾਦੂ ਵਿੱਚ ਪੂਰੀ ਤਰ੍ਹਾਂ ਪਰਫੈਕਟ ਹੋ ਗਿਆ ਜਾਂ ਨਹੀਂ। ਇਸ ਦੇ ਬਦਲੇ ਵਿੱਚ ਇਹ ਮੈਨੂੰ ਪੈਸੇ ਦੇਵੇਗਾ, ਪਰ ਤੂੰ ਚਿੰਤਾ ਨਾ ਕਰ, ਇਹ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਵੇਗਾ। ਇਹ ਕਹਿ ਕੇ ਆਂਟੀ ਮੈਨੂੰ ਕਮਰੇ ਵਿੱਚ ਬੰਦ ਕਰਕੇ ਜਾ ਚੁੱਕੀ ਸੀ। ਉਹ ਆਦਮੀ ਆਪਣਾ ਕੰਮ ਸ਼ੁਰੂ ਕਰ ਚੁੱਕਿਆ ਸੀ। ਉਸਨੇ ਮੈਨੂੰ ਇੱਕ ਗੋਲ ਚੱਕਰ ਵਿੱਚ ਬਿਠਾ ਦਿੱਤਾ ਅਤੇ ਨਾਲ ਹੀ ਨਾਲ ਮੈਨੂੰ ਬਹੁਤ ਹੀ ਗੰਦੀਆਂ ਨਜ਼ਰਾਂ ਨਾਲ ਘੂਰ ਰਿਹਾ ਸੀ। 2 ਘੰਟੇ ਬਾਅਦ ਉਸ ਦਾ ਕਾਲਾ ਜਾਦੂ ਪੂਰਾ ਹੋਇਆ ਅਤੇ ਉਸਨੇ ਮੈਨੂੰ ਜਾਣ ਦੀ ਅਨੁਮਤੀ ਦਿੱਤੀ। ਲੇਕਿਨ ਜਾਂਦੇ ਸਮੇਂ ਜਿਸ ਤਰ੍ਹਾਂ ਉਸਨੇ ਮੇਰੇ ਗਲੇ ਨੂੰ ਛੂਹਿਆ ਤਾਂ ਮੈਂ ਗੁੱਸੇ ਨਾਲ ਤੜਫ ਉੱਠੀ। ਮੈਂ ਸੋਚ ਲਿਆ ਕਿ ਹੁਣ ਮੈਂ ਇੱਥੇ ਨਹੀਂ ਰੁਕਣਾ, ਇੱਥੇ ਮੇਰੀ ਇੱਜ਼ਤ ਸੁਰੱਖਿਅਤ ਨਹੀਂ। ਮੈਂ ਆਪਣੇ ਕਮਰੇ ਵਿੱਚ ਚਲੀ ਗਈ ਤੇ ਬੈੱਡ ਤੇ ਪੈ ਕੇ ਉੱਚੀ-ਉੱਚੀ ਰੋਣ ਲੱਗੀ। ਉਸ ਵਕਤ ਮੈਨੂੰ ਵਿਵੇਕ ਦੀ ਬਹੁਤ ਯਾਦ ਆ ਰਹੀ ਸੀ ਕਿ ਕਾਸ਼ ਉਹ ਮੇਰੇ ਨਾਲ ਇਹ ਸਭ ਨਾ ਕਰਦਾ ਤਾਂ ਅੱਜ ਮੈਂ ਇਸ ਕਦਰ ਮਜਬੂਰ ਨਾ ਹੁੰਦੀ। ਮੇਰੀਆਂ ਅੱਖਾਂ ਦੇ ਸਾਹਮਣੇ ਉਹ ਹਸੀਨ ਦਿਨ ਘੁੰਮਣ ਲੱਗੇ ਜਦੋਂ ਵਿਵੇਕ ਮੇਰਾ ਮੰਗੇਤਰ ਸੀ। ਜਦੋਂ ਸਾਡੀ ਮੰਗਣੀ ਹੋਈ ਸੀ ਉਦੋਂ ਤੋਂ ਵਿਵੇਕ ਨੇ ਸਾਡੇ ਘਰ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਸੀ। ਮੇਰੀ ਮਾਂ ਉਸ ਦੀ ਬਹੁਤ ਖੂਬ ਖਾਤਰਦਾਰੀ ਕਰਦੀ ਸੀ। ਅਸੀਂ ਇੱਕ ਦੂਜੇ ਨਾਲ ਬਹੁਤ ਟਾਈਮ ਤੱਕ ਗੱਲਾਂ ਕਰਦੇ। ਵਿਵੇਕ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਬਹੁਤ ਮੁਹੱਬਤ ਕਰਦਾ ਹਾਂ, ਕੋਈ ਤੈਨੂੰ ਮੇਰੇ ਤੋਂ ਖੋ ਨਹੀਂ ਸਕਦਾ। ਮੈਂ ਮੁਸਕਰਾ ਦਿੰਦੀ। ਉਹਨਾਂ ਦਿਨਾਂ ਵਿੱਚ ਮੇਰੇ ਪਾਪਾ ਨੇ ਮੇਰੀ ਮਾਂ ਨੂੰ ਕਹਿ ਦਿੱਤਾ ਸੀ ਕਿ ਵਿਵੇਕ ਅਤੇ ਨੇਹਾ ਦਾ ਰਿਸ਼ਤਾ ਖਤਮ ਕਰ ਦੇ, ਕਿਉਂਕਿ ਮੈਨੂੰ ਇਹ ਚੰਗਾ ਨਹੀਂ ਲੱਗਦਾ ਹਰ ਰੋਜ਼ ਆਪਣੇ ਘਰੇ ਆਉਂਦਾ। ਮੈਂ ਨੇਹਾ ਦਾ ਰਿਸ਼ਤਾ ਆਪਣੇ ਦੋਸਤ ਦੇ ਬੇਟੇ ਨਾਲ ਕਰਨਾ ਚਾਹੁੰਦਾ। ਮੇਰਾ ਦੋਸਤ ਬੜਾ ਅਮੀਰ ਆ। ਉਹ ਦੋਨੋਂ ਬਾਪ ਬੇਟਾ ਇੱਕ ਬਹੁਤ ਵੱਡਾ ਸ਼ੋਰੂਮ ਚਲਾਉਂਦੇ ਆ। ਬਸ ਉਸ ਦੀ ਉਮਰ ਕਰੀਬ 40 ਸਾਲ ਹੋਵੇਗੀ। ਵਿਚਾਰੇ ਦੀ ਪਹਿਲੀ ਪਤਨੀ ਧੋਖਾ ਦੇ ਕੇ ਘਰੋਂ ਭੱਜ ਗਈ। ਉਦੋਂ ਦਾ ਉਹ ਔਰਤਾਂ 'ਤੇ ਯਕੀਨ ਨਹੀਂ ਕਰਦਾ, ਇਸ ਲਈ ਵਿਆਹ ਕਰਨ ਤੋਂ ਮਨਾ ਕਰ ਰਿਹਾ ਸੀ। ਹੁਣ ਉਸ ਦੇ ਬਾਪ ਨੇ ਕਿਹਾ ਕਿ ਮੈਂ ਤੇਰਾ ਵਿਆਹ ਆਪਣੇ ਦੋਸਤ ਦੀ ਬੇਟੀ ਨਾਲ ਕਰਵਾ ਦਿੰਨਾ। ਉਹ ਲੜਕੀ ਬਹੁਤ ਚੰਗੀ ਆ ਤੇ ਤੈਨੂੰ ਧੋਖਾ ਨਹੀਂ ਦੇਵੇਗੀ। ਇਸ ਲਈ ਹੁਣ ਉਹ ਲੜਕਾ ਮੰਨ ਗਿਆ। ਮੈਂ ਕਿਚਨ ਵਿੱਚ ਖੜੀ ਆਪਣੇ ਪਾਪਾ ਦੀਆਂ ਇਹ ਗੱਲਾਂ ਸੁਣ ਰਹੀ ਸੀ। ਮੈਨੂੰ ਤਾਂ ਆਪਣੇ ਪਾਪਾ ਤੋਂ ਇਹ ਉਮੀਦ ਨਹੀਂ ਸੀ। ਮੇਰੀ ਮਾਂ ਵੀ ਹੈਰਾਨ ਹੋ ਗਈ। ਉਹ ਵੀ ਮੇਰੇ ਪਾਪਾ ਨੂੰ ਕਾਫੀ ਗੱਲਾਂ ਸੁਣਾਉਣ ਲੱਗੀ
ਤੇ ਫਿਰ ਮੇਰੇ ਪਾਪਾ ਨੇ ਕਿਹਾ ਕਿ ਵਿਵੇਕ ਆਪਣੀ ਬੇਟੀ ਨੂੰ ਕੀ ਦੇਵੇਂਗਾ, ਉਹ ਕੋਲ ਹੈ ਹੀ ਕੀ। ਉਸ ਦੀ ਮਾਂ ਆਪਣੇ ਖਾਨਦਾਨ ਵਿੱਚ ਪੂਰੇ 1 ਨੰਬਰ ਦੀ ਲਾਲਚੀ ਔਰਤ ਆ। ਉਹ ਤਾਂ ਮੈਨੂੰ ਹੁਣ ਪਤਾ ਲੱਗਿਆ ਕਿ ਉਹ ਆਪਣੀ ਬੱਚੀ ਦਾ ਜੀਣਾ ਹਰਾਮ ਕਰ ਦੇਵੇਗੀ। ਰਹੀ ਗੱਲ ਨੇਹਾ ਦੀ, ਉਹ ਤਾਂ ਹਾਲੇ ਬੱਚੀ ਆ। ਜਦੋਂ ਇੰਨਾ ਪੈਸਾ ਅਤੇ ਐਸ਼ੋ ਆਰਾਮ ਦੇਖੇਗੀ ਤਾਂ ਖੁਦ ਹੀ ਬਦਲ ਜਾਵੇਗੀ। ਮੇਰੀ ਮਾਂ ਕਹਿਣ ਲੱਗੀ, ਹੁਣ 3 ਸਾਲਾਂ ਬਾਅਦ ਤੈਨੂੰ ਪਤਾ ਲੱਗਿਆ ਕਿ ਉਸ ਦੀ ਮਾਂ ਲਾਲਚੀ ਆ। ਤਾਂ ਮੇਰੇ ਪਾਪਾ ਗੁੱਸੇ ਵਿੱਚ ਆ ਕੇ ਬੋਲੇ, ਬਕਵਾਸ ਬੰਦ ਕਰ, ਘੱਟ ਅਕਲ ਔਰਤ, ਪਹਿਲਾਂ ਆਪਣੇ ਪਤੀ ਦੀ ਗੱਲ ਸੁਣ ਲੈ, ਉਸ ਤੋਂ ਬਾਅਦ ਗੱਲ ਕੱਟੀ। ਇਸ ਦੇ ਬਦਲੇ ਮੇਰਾ ਦੋਸਤ ਆਪਣੇ ਨਿਕੰਮੇ ਅਤੇ ਨਕਾਰਾ ਬੇਟੇ ਨੂੰ ਕੁਵੈਤ ਦਾ ਵੀਜ਼ਾ ਲੈ ਕੇ ਦੇਵੇਗਾ। ਇਹ ਗੱਲ ਸੁਣ ਕੇ ਮੇਰਾ ਤਾਂ ਦਿਲ ਟੁੱਟ ਗਿਆ। ਮਤਲਬ ਮੇਰੇ ਪਾਪਾ ਮੇਰਾ ਸੌਦਾ ਕਰ ਰਹੇ ਸੀ। ਫਿਰ ਉਹ ਅੱਗੋਂ ਬੋਲੇ ਕਿ ਲੜਕੀਆਂ ਦਾ ਕੀ ਆ, ਜਿੱਥੇ ਉਹਨਾਂ ਦਾ ਵਿਆਹ ਕਰ ਦਿਓ ਉੱਥੇ ਹੀ ਰਾਜ਼ੀ ਰਹਿੰਦੀਆਂ। ਮੈਂ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਤੇ ਅਗਲੇ ਦਿਨ ਸਵੇਰੇ 10 ਵਜੇ ਮੇਰੇ ਪਾਪਾ ਤੇ ਭਰਾ ਕੰਮ ਤੇ ਚਲੇ ਗਏ। ਉਸ ਦੇ ਬਾਅਦ ਵਿਵੇਕ ਸਾਡੇ ਘਰੇ ਆਇਆ ਤੇ ਉਹ ਬਹੁਤ ਗੁੱਸੇ ਵਿੱਚ ਲੱਗ ਰਿਹਾ ਸੀ। ਮੇਰੀ ਮਾਂ ਨੂੰ ਕਹਿਣ ਲੱਗਿਆ, ਆਂਟੀ ਤੁਸੀਂ ਸਾਡਾ ਰਿਸ਼ਤਾ ਕਿਉਂ ਤੋੜ ਦਿੱਤਾ। ਮੇਰੀ ਮਾਂ ਕਹਿਣ ਲੱਗੀ, ਬੇਟਾ ਮੈਂ ਕੁਝ ਨਹੀਂ ਜਾਣਦੀ, ਆਪਣੇ ਅੰਕਲ ਨੂੰ ਸਵਾਲ ਜਵਾਬ ਕਰ। ਫਿਰ ਉਹ ਮੇਰੇ ਕਮਰੇ ਵਿੱਚ ਆ ਗਿਆ ਤੇ ਮੈਂ ਉਸ ਨੂੰ ਸਾਰੀ ਕਹਾਣੀ ਸੁਣਾ ਦਿੱਤੀ। ਫਿਰ ਉਹ ਮੈਨੂੰ ਕਹਿਣ ਲੱਗਿਆ ਕਿ ਤੂੰ ਦੱਸ, ਤੂੰ ਕੀ ਚਾਹੁੰਦੀ ਆ। ਮੈਂ ਕਿਹਾ ਕਿ ਮੈਂ ਤਾਂ ਸਿਰਫ ਤੇਰੇ ਨਾਲ ਵਿਆਹ ਕਰਵਾਵਾਂਗੀ। ਉਸਨੇ ਕਿਹਾ ਕਿ ਮੈਂ ਰਾਤ ਦੇ 10 ਵਜੇ ਆਵਾਂਗਾ ਤੇ ਤੈਨੂੰ ਲੈ ਕੇ ਜਾਵਾਂਗਾ। ਮੈਂ ਵਿਵੇਕ ਦੀ ਗੱਲ ਤੇ ਰਾਜ਼ੀ ਹੋ ਗਈ। ਮੈਂ ਸਾਰਾ ਦਿਨ ਨਾਰਮਲ ਰਹੀ ਤਾਂ ਕਿ ਕਿਸੇ ਨੂੰ ਕੁਝ ਸ਼ੱਕ ਨਾ ਹੋਵੇ। ਰਾਤ ਦੇ 10 ਵਜੇ ਵਿਵੇਕ ਸਾਡੇ ਘਰੇ ਆਇਆ ਤਾਂ ਮੈਂ ਉਸ ਨਾਲ ਭੱਜ ਗਈ। ਮੇਰੀ ਸੱਸ ਨੇ ਸਾਡਾ ਸਵਾਗਤ ਕੀਤਾ ਤੇ ਅਗਲੇ ਦਿਨ ਪੰਡਿਤ ਜੀ ਨੂੰ ਬੁਲਾ ਕੇ ਸਾਡੇ ਫੇਰੇ ਕਰਵਾ ਦਿੱਤੇ। ਪਾਪਾ ਨੂੰ ਵੀ ਵਿਆਹ ਦੀ ਖਬਰ ਪਹੁੰਚ ਚੁੱਕੀ ਸੀ, ਪਰ ਹੁਣ ਉਹ ਮਜਬੂਰ ਹੋ ਚੁੱਕੇ ਸੀ। ਮੈਂ ਤੇ ਵਿਵੇਕ ਨੇ ਆਪਣੀ ਸ਼ਾਦੀशुदा ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਅਸੀਂ ਬਹੁਤ ਖੁਸ਼ ਸੀ। ਵਿਆਹ ਦੇ 3 ਮਹੀਨਿਆਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੈਂ ਵਿਵੇਕ ਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਅੱਜ ਤੋਂ ਬਾਅਦ ਪੈਰ ਥੱਲੇ ਨਾ ਲਾਹੀਂ। ਇਹ 5 ਮਹੀਨੇ ਚੰਗੀ ਤਰ੍ਹਾਂ ਲੰਘੇ ਤੇ ਇੱਕ ਦਿਨ ਸਾਡੇ ਘਰੇ ਬੱਚਾ ਪੈਦਾ ਕਰਵਾਉਣ ਵਾਲੀ ਦਾਈ ਆ ਗਈ। ਉਹ ਮੈਨੂੰ ਉੱਪਰ ਤੋਂ ਹੇਠਾਂ ਤੱਕ ਦੇਖਦੀ ਰਹੀ ਤੇ ਬੋਲੀ ਕਿ ਇਹ ਤੇਰੀ ਨੂੰਹ ਤਾਂ ਇੱਕ ਬੱਚੀ ਨੂੰ ਜਨਮ ਦੇਵੇਗੀ। ਉਸ ਵਕਤ ਮੇਰੀ ਸੱਸ ਦੇ ਚਿਹਰੇ ਦੀ ਰੰਗਤ ਬਦਲ ਗਈ। ਉਸ ਦਾ ਮੂਡ ਖਰਾਬ ਹੋ ਚੁੱਕਿਆ ਸੀ ਤੇ ਕਹਿਣ ਲੱਗੀ, ਮੈਨੂੰ ਤਾਂ ਪੋਤਾ ਚਾਹੀਦਾ ਸੀ। ਉਹ ਮੇਰੇ ਤੋਂ ਪੂਰੇ ਘਰ ਦੇ ਕੰਮ ਕਰਵਾਉਣ ਲੱਗੀ ਤੇ ਸਾਰਾ ਦਿਨ ਮੈਨੂੰ ਟਿਕਣ ਨਾ ਦਿੰਦੀ। ਮੇਰਾ ਪਤੀ ਘਰੇ ਆਉਂਦਾ ਤਾਂ ਸ਼ਿਕਾਇਤਾਂ ਦਾ ਪਿਟਾਰਾ ਖੋਲ ਕੇ ਬੈਠ ਜਾਂਦੀ। ਆਖਰ ਵਿੱਚ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮੇਰੇ ਪਤੀ ਨੇ ਮੈਨੂੰ ਘਰੋਂ ਹੀ ਕੱਢ ਦਿੱਤਾ। ਹੁਣ ਮੈਂ ਇੱਕ ਅਣਜਾਣ ਔਰਤ ਦੇ ਘਰ ਰਹਿ ਰਹੀ ਸੀ, ਜਿੱਥੇ ਮੈਂ ਇੱਕ ਬੱਚੇ ਨੂੰ ਜਨਮ ਦਿੱਤਾ। ਮੈਂ ਤਾਂ ਆਪਣੇ ਮਾਂ-ਬਾਪ ਦੇ ਘਰ ਵੀ ਨਹੀਂ ਜਾ ਸਕਦੀ ਸੀ, ਕਿਉਂਕਿ ਮੇਰੇ ਪਾਪਾ ਨੇ ਮੇਰੇ ਨਾਲ ਉਸ ਵਕਤ ਸਾਰੇ ਰਿਸ਼ਤੇ ਖਤਮ ਕਰ ਲਏ ਸੀ। ਹੁਣ ਮੈਂ ਉਸ ਔਰਤ ਬਾਰੇ ਜਾਣ ਚੁੱਕੀ ਸੀ ਕਿ ਉਹ ਠੀਕ ਨਹੀਂ। ਉਸ ਨੇ ਮੇਰੀ ਮਦਦ ਸਿਰਫ ਆਪਣੇ ਫਾਇਦੇ ਦੇ ਲਈ ਕੀਤੀ ਆ। ਪੂਰਾ ਦਿਨ ਇਸ ਤਰ੍ਹਾਂ ਹੀ ਲੰਘ ਗਿਆ ਸੀ ਤੇ ਰਾਤ ਦੇ 10 ਵਜੇ ਆਂਟੀ ਕਹਿਣ ਲੱਗੀ, ਚੱਲ ਮੇਰੇ ਨਾਲ। ਮੈਂ ਕਿਹਾ, ਆਂਟੀ ਇਹ ਸਭ ਗਲਤ ਆ। ਅੱਜ ਉਹ ਮੇਰੇ ਤੇ ਗੁੱਸੇ ਹੋਣ ਲੱਗੀ ਤੇ ਕਹਿਣ ਲੱਗੀ, ਤੇਰੀ ਸੱਸ ਨੇ ਸਿਰਫ ਤੇਰੇ ਨਾਲ ਹੀ ਗਲਤ ਨਹੀਂ ਕੀਤਾ, ਉਸਨੇ ਮੇਰੇ ਨਾਲ ਵੀ ਬਹੁਤ ਗਲਤ ਕੀਤਾ। ਉਸ ਔਰਤ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ। ਉਹ ਔਰਤ ਬੋਲੀ ਕਿ ਅੱਜ ਤੋਂ 30 ਸਾਲ ਪਹਿਲਾਂ ਤੇਰੀ ਸੱਸ ਨੇ ਮੇਰੇ ਨਾਲ ਮਾੜਾ ਕੀਤਾ ਸੀ। ਮੇਰੀ ਸ਼ਕਲ ਗੌਰ ਨਾਲ ਦੇਖ, ਮੇਰੀ ਰੰਗਤ ਦੇਖ ਕਿੰਨੀ ਕਾਲੀ ਆ। ਤੂੰ ਨਹੀਂ ਜਾਣਦੀ ਕਿ ਮੈਂ ਇਸ ਰੰਗ ਦੀ ਵਜ੍ਹਾ ਨਾਲ ਬਾਰ-ਬਾਰ ਠਕਰਾਈ ਗਈ। ਮੇਰੇ ਲਈ ਰਿਸ਼ਤੇ ਆਉਂਦੇ ਸੀ, ਪਰ ਉਹ ਮੈਨੂੰ ਨਾ ਪਸੰਦ ਕਰਕੇ ਚਲੇ ਜਾਂਦੇ ਸੀ। ਇੱਕ ਦਿਨ ਰੱਬ ਦੀ ਇਹੋ ਜਿਹੀ ਕਿਰਪਾ ਹੋਈ ਕਿ ਮੇਰੇ ਲਈ ਇੱਕ ਲੜਕੇ ਨੇ ਮੈਨੂੰ ਪਸੰਦ ਕਰ ਲਿਆ। ਮੇਰਾ ਮੰਗਣਾ ਵੀ ਹੋ ਗਿਆ ਸੀ। ਮੇਰਾ ਮੰਗੇਤਰ ਵਧੀਆ ਜੌਬ ਕਰਦਾ ਸੀ। ਉਹਨਾਂ ਦਿਨਾਂ ਵਿੱਚ ਤੇਰੀ ਸੱਸ ਮੇਰੀ ਸਹੇਲੀ ਸੀ। ਜਦੋਂ ਉਹਨੂੰ ਮੇਰੇ ਰਿਸ਼ਤੇ ਦੇ ਬਾਰੇ ਪਤਾ ਲੱਗਿਆ ਤਾਂ ਉਸਨੇ ਆਪਣੀਆਂ ਅਦਾਵਾਂ ਦੇ ਜਾਲ ਵਿੱਚ ਮੇਰੇ ਮੰਗੇਤਰ ਨੂੰ ਫਸਾ ਲਿਆ ਅਤੇ ਮੇਰੀ ਮੰਗਣੀ ਤੜਵਾ ਦਿੱਤੀ ਤੇ ਮੇਰੇ ਮੰਗੇਤਰ ਦੇ ਨਾਲ ਖੁਦ ਭੱਜ ਗਈ। ਉਸ ਦੇ ਬਾਅਦ ਅੱਜ ਤੱਕ ਮੈਨੂੰ ਕਿਸੇ ਨੇ ਪਸੰਦ ਨਹੀਂ ਕੀਤਾ। ਆਪਣੇ ਮਾਤਾ-ਪਿਤਾ ਦੇ ਮਰਨ ਤੋਂ ਬਾਅਦ ਮੈਂ ਦਰ-ਦਰ ਦੀਆਂ ਠੋਕਰਾਂ ਖਾਣ ਲੱਗੀ। ਮੇਰੇ ਦਿਲ ਵਿੱਚ ਤੇਰੀ ਸੱਸ ਲਈ ਨਫ਼ਰਤ ਵੱਧਦੀ ਗਈ। ਮੈਂ ਸੋਚ ਲਿਆ ਸੀ ਕਿ ਮੈਂ ਤੇਰੀ ਸੱਸ ਨੂੰ ਬਰਬਾਦ ਕਰਕੇ ਰਹਾਂਗੀ। ਤੇਰੀ ਸੱਸ ਤੋਂ ਬਦਲਾ ਲੈਣ ਲਈ ਮੇਰੇ ਕੋਲ ਇੱਕ ਹੀ ਰਸਤਾ ਸੀ, ਕਾਲਾ ਜਾਦੂ। ਮੈਂ ਕਾਲਾ ਜਾਦੂ ਸਿੱਖ ਲਿਆ।
ਇਹ ਜੋ ਰਾਤ ਆਦਮੀ ਆਇਆ ਸੀ ਉਹ ਮੇਰਾ ਗੁਰੂ ਸੀ। ਮੈਂ ਉਸ ਤੋਂ ਹੀ ਤੇਰੀ ਸੱਸ ਦਾ ਬਦਲਾ ਲੈਣ ਲਈ ਕਾਲਾ ਜਾਦੂ ਸਿੱਖਿਆ, ਪਰ ਇਸ ਵਿੱਚ ਇੱਕ ਅੜਚਣ ਆਉਂਦੀ ਸੀ। ਇਹ ਕਾਲਾ ਜਾਦੂ ਤਾਂ ਹੀ ਸਿੱਖਿਆ ਜਾਂਦਾ ਸੀ ਜਿਸ ਆਦਮੀ ਦਾ ਸੰਬੰਧ ਤੇਰੀ ਸੱਸ ਦੇ ਘਰ ਨਾਲ ਹੋਵੇ, ਤਾਂ ਹੀ ਇਹ ਕਾਲਾ ਜਾਦੂ ਸਕਸੈਸ ਹੁੰਦਾ। ਇੱਕ ਬਹੁਤ ਮੁਸ਼ਕਲ ਸੀ, ਬਸ ਇੰਤਜ਼ਾਰ ਵਿੱਚ ਮੈਂ ਪੂਰੀ ਉਮਰ ਲੰਘਾ ਦਿੱਤੀ। ਆਖਰਕਾਰ ਤੂੰ ਉਸ ਘਰ ਵਿੱਚੋਂ ਆ ਗਈ ਤੇ ਮੈਂ ਆਪਣੇ ਪਲਾਨ ਨੂੰ ਕਾਮਯਾਬ ਕਰਨ ਵਿੱਚ ਕਾਲੇ ਜਾਦੂ ਦਾ ਸਹਾਰਾ ਲਿਆ। ਮੈਂ ਹੀ ਤੁਹਾਡੇ ਘਰ ਦਾਈ ਭੇਜੀ ਸੀ ਜਿਸ ਨੇ ਦੱਸਿਆ ਸੀ ਕਿ ਕੁੜੀ ਹੋਣ ਵਾਲੀ ਆ। ਮੈਨੂੰ ਪਤਾ ਸੀ ਕਿ ਤੇਰੀ ਸੱਸ ਬਹੁਤ ਲਾਲਚੀ ਆ, ਉਹ ਤੈਨੂੰ ਇੱਕ ਦਿਨ ਘਰੋਂ ਕੱਢ ਦੇਵੇਗੀ ਕਿਉਂਕਿ ਉਸਦੇ ਇਸ ਮਾਮਲੇ ਵਿੱਚ ਬੜੇ ਚਰਚੇ ਸੀ। ਉਵੇਂ ਹੀ ਹੋਇਆ, ਉਸਨੇ ਤੈਨੂੰ ਘਰੋਂ ਕੱਢਿਆ ਤੇ ਮੈਂ ਤੈਨੂੰ ਲੈ ਆਈ। ਹੁਣ ਆਪਾਂ ਦੋਨੋਂ ਮਿਲ ਕੇ ਤੇਰੀ ਸੱਸ ਤੇ ਕਾਲਾ ਜਾਦੂ ਕਰਾਂਗੀਆਂ। ਬਸ ਤੈਨੂੰ 40 ਦਿਨਾਂ ਤੱਕ ਇਸ ਗੋਲ ਚੱਕਰ ਵਿੱਚ ਬੈਠਣਾ ਹੋਵੇਗਾ। ਅਤੇ ਹਾਂ, ਇੱਕ ਦਿਨ ਮੇਰੇ ਗੁਰੂ ਨੂੰ ਖੁਸ਼ ਵੀ ਕਰ ਦੇਵੀਂ। ਉਹ ਔਰਤ ਬੜੀ ਹੀ ਸ਼ੈਤਾਨੀ ਹੱਸਣ ਲੱਗੀ। ਜਦੋਂ ਤੇਰੀ ਸੱਸ ਨੂੰ ਸਜ਼ਾ ਮਿਲੇਗੀ ਤਾਂ ਉਹ ਤੈਨੂੰ ਤੇਰੇ ਪਤੀ ਦੇ ਨਾਲ ਜ਼ਰੂਰ ਲੈਣ ਆਵੇਗੀ। ਮੈਂ ਥਰ-ਥਰ ਕੰਬ ਰਹੀ ਸੀ। ਮੈਂ ਸਮਝ ਚੁੱਕੀ ਸੀ ਕਿ ਇਹ ਔਰਤ ਪਾਗਲ ਹੋ ਚੁੱਕੀ ਆ। ਮੈਂ ਉਸ ਨੂੰ ਕਿਹਾ ਕਿ ਆਂਟੀ, ਮੈਂ ਤੁਹਾਡੀ ਮਦਦ ਜ਼ਰੂਰ ਕਰਾਂਗੀ। ਉਹ ਇਹ ਸੁਣ ਕੇ ਬੜੀ ਹੀ ਖੁਸ਼ ਹੋਈ। ਮੈਂ ਕਿਹਾ, ਬਸ ਮੈਂ ਆਉਂਦੀ ਹਾਂ, ਤੁਸੀਂ ਚੱਲੋ। ਮੈਂ ਜਲਦੀ ਨਾਲ ਦੂਜੇ ਕਮਰੇ ਵਿੱਚ ਗਈ। ਮੈਂ ਜਾਣਦੀ ਸੀ ਕਿ ਉਹ ਔਰਤ ਸਵੇਰ ਤੱਕ ਆਪਣੇ ਕਮਰੇ ਵਿੱਚੋਂ ਨਿਕਲਣ ਵਾਲੀ ਨਹੀਂ। ਮੈਂ ਜਲਦੀ ਨਾਲ ਕਮਰੇ ਵਿੱਚੋਂ ਆਪਣੀ ਬੇਟੀ ਨੂੰ ਚੁੱਕਿਆ ਤੇ ਉਸ ਘਰ ਵਿੱਚੋਂ ਭੱਜ ਗਈ। ਮੇਰੇ ਕਦਮ ਖੁਦ-ਬ-ਖੁਦ ਘਰ ਦੇ ਵੱਲ ਵੱਧ ਰਹੇ ਸੀ। ਮੈਂ ਭੱਜ ਕੇ ਦਰਵਾਜ਼ੇ ਕੋਲ ਪਹੁੰਚੀ ਤਾਂ ਦਰਵਾਜ਼ਾ ਵਿਵੇਕ ਨੇ ਹੀ ਖੋਲ੍ਹਿਆ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪਣੀ ਬੇਟੀ ਨੂੰ ਹਮੇਸ਼ਾ ਲਈ ਤੁਹਾਡੇ ਕੋਲ ਛੱਡ ਕੇ ਜਾ ਰਹੀ ਹਾਂ। ਇਹ ਤੁਹਾਡੀ ਹੀ ਬੇਟੀ ਆ, ਤੁਸੀਂ ਇਸ ਦਾ DNA ਕਰਵਾ ਸਕਦੇ ਹੋ। ਮੇਰੀ ਕਿਸਮਤ ਵਿੱਚ ਤਾਂ ਪਤਾ ਨਹੀਂ ਕਿੱਥੋਂ ਦੀਆਂ ਠੋਕਰਾਂ ਲਿਖੀਆਂ। ਮੈਂ ਉਸ ਬੱਚੀ ਨੂੰ ਆਪਣੇ ਨਾਲ ਨਹੀਂ ਲਿਜਾ ਸਕਦੀ। ਮੈਂ ਵਿਵੇਕ ਦੇ ਹੱਥਾਂ ਵਿੱਚ ਆਪਣੀ ਬੇਟੀ ਨੂੰ ਦੇ ਕੇ ਉੱਚੀ-ਉੱਚੀ ਰੋਣ ਲੱਗੀ। ਵਿਵੇਕ ਨੇ ਕਿਹਾ, ਮੇਰੀ ਗੱਲ ਤਾਂ ਸੁਣ। ਮੈਨੂੰ ਵੀ ਉਸ ਵਕਤ ਪਤਾ ਨਹੀਂ ਕੀ ਹੋ ਗਿਆ ਸੀ। ਤੂੰ ਕਿੱਥੇ ਚਲੀ ਗਈ ਸੀ? ਤੈਨੂੰ ਪਤਾ, ਜਦੋਂ ਦੀ ਤੂੰ ਘਰੋਂ ਗਈ ਆ ਮੇਰਾ ਸਕੂਨ ਨਾਲ ਨਹੀਂ ਰਹਿ ਸਕਿਆ। ਮੈਂ ਤੈਨੂੰ ਗੁੱਸੇ ਵਿੱਚ ਘਰੋਂ ਕੱਢ ਤਾਂ ਬੈਠਾ, ਪਰ ਪਤਾ ਨਹੀਂ ਮੈਂ ਤੈਨੂੰ ਕਿੱਥੋਂ ਤੱਕ ਲੱਭ ਕੇ ਆਇਆ। ਮੈਨੂੰ ਵਿਵੇਕ ਦੇ ਇੱਕ ਸ਼ਬਦ ਤੇ ਵਿਸ਼ਵਾਸ ਆ ਗਿਆ ਸੀ। ਮੈਂ ਜਾਣਦੀ ਸੀ ਕਿ ਇਹ ਸਭ ਇਹਨਾਂ ਦੇ ਗੁੱਸੇ ਵਿੱਚ ਆ ਕੇ ਕੀਤਾ, ਕਿਉਂਕਿ ਗੁੱਸੇ ਵਿੱਚ ਕਿਸੇ ਵੀ ਇਨਸਾਨ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਰ ਰਿਹਾ। ਮੈਂ ਵਿਵੇਕ ਨੂੰ ਮਾਫ ਕਰ ਦਿੱਤਾ। ਫਿਰ ਮੈਂ ਆਪਣੇ ਪਤੀ ਅਤੇ ਸੱਸ ਨੂੰ ਸਾਰੀ ਦਾਸਤਾਨ ਸੁਣਾਈ। ਮੇਰੀ ਸੱਸ ਦੀਆਂ ਅੱਖਾਂ ਵਿੱਚ ਹੰਝੂ ਸੀ। ਉਹ ਮੈਨੂੰ ਕਹਿਣ ਲੱਗੀ, ਮੈਨੂੰ ਉਸ ਔਰਤ ਦੇ ਕੋਲ ਲੈ ਕੇ ਚੱਲ। ਮੈਂ ਆਪਣੇ ਸੱਸ ਨੂੰ ਉਸ ਔਰਤ ਦੇ ਕੋਲ ਲੈ ਕੇ ਗਈ ਤਾਂ ਉਹ ਔਰਤ ਤੜਫ ਉੱਠੀ, ਹੁਣ ਇੱਥੇ ਕੀ ਕਰਨ ਆਈ ਹੋ? ਮੇਰਾ ਘਰ ਸਾਰਾ ਕੁਝ ਤੂੰ ਬਰਬਾਦ ਕਰ ਦਿੱਤਾ। ਮੇਰੀ ਸੱਸ ਨੇ ਕਿਹਾ ਕਿ ਮੈਂ ਤੇਰੇ ਮੰਗੇਤਰ ਨੂੰ ਲੈ ਕੇ ਭੱਜੀ ਤਾਂ ਸੀ, ਪਰ ਉਹ ਕਿਹੜਾ ਮੇਰੇ ਨਸੀਬ ਵਿੱਚ ਸੀ। ਵਿਆਹ ਦੇ 2 ਸਾਲ ਬਾਅਦ ਹੀ ਉਹ ਮੈਨੂੰ ਇਸ ਦੁਨੀਆ ਵਿੱਚ ਇਕੱਲੀ ਨੂੰ ਛੱਡ ਕੇ ਚਲਾ ਗਿਆ। ਪਰ ਉਹ ਆਂਟੀ ਇਹ ਸਭ ਕੁਝ ਸੁਣਨ ਨੂੰ ਤਿਆਰ ਨਹੀਂ ਸੀ, ਕਿਉਂਕਿ ਉਹ ਦਿਮਾਗੀ ਤੌਰ ਤੇ ਬਿਮਾਰ ਹੋ ਚੁੱਕੀ ਸੀ। ਖੈਰ, ਉਹ ਆਦਮੀ ਤਾਂ ਸਿਰਫ ਜਾਦੂ ਦੇ ਬਹਾਨੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਦਾ ਸੀ, ਪਰ ਤੂੰ ਉਸ ਆਦਮੀ ਦੇ ਚੱਕਰਾਂ ਵਿੱਚ ਫਸ ਗਈ ਤੇ ਮੇਰੀ ਬਹੂ ਨੂੰ ਵੀ ਫਸਾਉਣ ਲੱਗੀ ਸੀ। ਗਲਤੀ ਤਾਂ ਇਸ ਵਿੱਚ ਮੇਰੀ ਸੀ ਜੋ ਮੈਂ ਆਪਣੀ ਬਹੂ ਨੂੰ ਘਰੋਂ ਕੱਢਿਆ, ਪਰ ਜੇ ਮੈਂ ਆਪਣੀ ਨੂੰਹ ਨੂੰ ਘਰੋਂ ਨਾ ਕੱਢਦੀ ਤਾਂ ਮੈਂ ਇਸ ਔਰਤ ਤੱਕ ਨਾ ਪਹੁੰਚਦੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਮੇਰੇ ਸਹੁਰਾ ਤਾਂ ਪਹਿਲਾਂ ਹੀ ਮਰ ਚੁੱਕੇ ਹਨ, ਤਾਂ ਹੁਣ ਉਹ ਔਰਤ ਹੌਲੀ-ਹੌਲੀ ਕਰਕੇ ਠੀਕ ਹੋ ਰਹੀ ਸੀ ਤੇ ਸਾਡੇ ਨਾਲ ਹੀ ਰਹਿਣ ਲੱਗੀ। ਪਰ ਅਸੀਂ ਸਾਰੇ ਖੁਸ਼ੀ-ਖੁਸ਼ੀ ਆਪਣੇ ਘਰੇ ਰਹਿ ਰਹੇ ਸੀ। ਸੋ ਦੋਸਤੋ, ਕਈ ਵਾਰ ਆਪਾਂ ਐਵੇਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਜ਼ਿਆਦਾ ਦਿਲ ਤੇ ਲਾ ਜਾਂਦੇ ਹਾਂ, ਜਿਸ ਨਾਲ ਆਪਾਂ ਆਪਣੀ ਹੀ ਜ਼ਿੰਦਗੀ ਨੂੰ ਖਰਾਬ ਕਰ ਲੈਂਦੇ ਹਾਂ, ਕਿਉਂਕਿ ਇਸ ਦੁਨੀਆ ਵਿੱਚ ਇਕੱਲੇ ਆਏ ਸੀ ਤੇ ਇਕੱਲਿਆਂ ਹੀ ਜਾਣਾ। ਜੇ ਕੋਈ ਆਪਾਂ ਨੂੰ ਛੱਡ ਕੇ ਚਲਾ ਜਾਂਦਾ ਤਾਂ ਆਪਾਂ ਨੂੰ ਉਸ ਦੀ ਜ਼ਿਆਦਾ ਪਰਵਾਹ ਨਹੀਂ ਕਰਨੀ ਚਾਹੀਦੀ। ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।